ਤੁਸੀਂ ਵੇਖੋ 26 ਨੂੰ ਮੇਰੇ ਨਾਲ ਸਾਰੀ ਖਲਕਤ ਹੀ ਉਲਟ ਕਰਾਤੀ ਸੀ, ਭੁਗਤ ਵੀ ਗਈ ਸੀ। ਲੋਕਾਂ ਨੂੰ ਐਂ ਵੀ ਲੱਗ ਗਿਆ ਵੀ ਪਤਾ ਨਹੀਂ ਕੀ ਗਲਤ ਹੋ ਗਿਆ, ਹਾਲਾਂਕਿ ਗਲਤ ਕੁਝ ਨਹੀਂ ਹੋਇਆ। ਅੱਛਾ, ਜਿਹੜਾ ਜਗਰਾਜ ਉੱਤੇ ਵੀ ਚੜ ਕੇ ਨਿਸ਼ਾਨ ਸਾਹਿਬ ਲਾ ਕੇ ਆ, ਬਾਰੇ-ਬਾਰ ਬੇਲ ਹੋ ਜਾਂਦੀ ਹੈ। ਹੋਰ ਬੰਦਿਆਂ ਦੀ ਬਾਰੇ-ਬਾਰ ਬੇਲ, ਸਾਡੇ ਲੱਖੇ ਦੀ ਬਾਰੇ-ਬਾਰ ਬੇਲ ਹੋ ਜਾਂਦੀ ਹੈ, ਪਰ ਜੇ ਦੀਪ ਸਿੱਧੂ ਦੀ ਬਾਰੇ-ਬਾਰ ਬੇਲ ਹੋ ਜਾਂਦੀ, ਜਿਉਣ ਦੇਣਾ ਸੀ ਮੈਨੂੰ? ਕਿਸੇ ਵੇਲੇ ਡਕੈਤ ਸਾਹਿਬ 32ਵੇਂ ਨੰਬਰ ਤੇ ਆਉਂਦੇ ਸੀ, ਅੱਜ ਉਹ ਪਹਿਲੇ ਨੰਬਰ ਤੇ ਬੈਠੇ। ਅੱਧੇ ਘੰਟੇ 'ਚ ਹੀਰੋ ਬਣਾ ਕੇ ਮੀਡੀਆ ਨੇ, ਦੇਖੋ ਜੀ ਇਸ ਕਰਕੇ ਮੋਰਚਾ ਬਚ ਗਿਆ। ਹਾਲਾਂਕਿ ਮੋਰਚਾ ਤਾਂ ਉੱਥੇ ਜਿਹੜੇ ਬੈਠੇ ਲੋਕ ਆ ਉਹ ਚਲਾ ਰਹੇ ਆ। ਤੇ ਦੇਖੋ ਫਲਾਣੇ ਨੇ, ਉਹਦੀ ਗਲਤੀ ਸੀ, ਮੁੰਡੇ ਦੀ ਗਲਤੀ ਸੀ ਕਿ ਕੁੜੀ ਦੀ ਗਲਤੀ ਸੀ? ਨਹੀਂ, ਇਹਦੇ ਤੁਸੀਂ ਐਜ਼ ਅ ਸੁਸਾਇਟੀ ਕਲੈਕਟਿਵ ਰਿਸਪੌਂਸਿਬਿਲਿਟੀ ਕਿਉਂ ਨਹੀਂ ਲੈਂਦੇ ਵੀ ਸਾਡੇ ਸਮਾਜ 'ਚ ਇਹ ਸਾਡੇ ਰਿਸ਼ਤਿਆਂ ਦੀ ਹੁਣ ਅਸੀਂ ਵਪਾਰ ਕਰਨ ਲੱਗ ਗਏ। ਇੱਕ ਨੈਸ਼ਨਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਆ ਉਹ ਪੰਜਾਬ 'ਚ, ਉਸ ਨੈਸ਼ਨਲ ਪਾਰਟੀ ਨੇ ਜਿਹਦੇ ਪੰਜਾਬ 'ਚ ਉਸ ਵੇਲੇ ਰਾਜ ਕੀਤਾ ਜਦੋਂ ਸਾਡੇ ਨਾਲ ਘੱਲੂਘਾਰਾ ਵੀ ਵਾਪਰਿਆ। ਉਦੋਂ ਬਾਅਦ ਵੀ ਉਹਨਾਂ ਨੇ ਕੀ ਕਰਕੇ, ਤੇ ਦੂਜੀ ਨੈਸ਼ਨਲ ਪਾਰਟੀ 'ਚ ਵੀ ਰਹੇ ਆ ਉਹ ਜਿਹੜੀ ਅੱਜ ਰਾਜ 'ਚ। ਇਹਨਾਂ ਤੋਂ ਕਿਸੇ ਤੋਂ ਕੋਈ ਉਮੀਦ ਨਾ ਰੱਖੋ, ਪੰਜਾਬ ਨੂੰ ਆਪਦੀ ਸਿਆਸਤ ਸਿਰਜਣੀ ਪੈਣੀ ਆ। ਜਿਹੜੇ ਇਸ ਵੇਲੇ ਸਾਡੇ ਖਤਰੇ ਬਣੇ ਹੋਏ ਆ, ਚਾਹੇ ਸਾਡਾ ਕਿਸਾਨੀ ਦਾ ਖਤਰਾ ਬਹੁਤ ਵੱਡਾ, এনवायरमेंट ਦਾ ਜਿਹੜਾ ਸਾਡਾ ਖਤਰਾ ਬਹੁਤ ਵੱਡਾ, ਵਾਤਾਵਰਨ ਦਾ, ਸਾਡੇ ਪਾਣੀਆਂ ਦਾ ਮਸਲਾ, ਇਹਨਾਂ ਸਾਰੀਆਂ ਚੀਜ਼ਾਂ ਨਾਲ ਜੂਝ ਕੇ ਇਹਨਾਂ ਦੇ ਹੱਲ ਕੱਢੇ ਜਾ ਸਕਦੇ। ਤੇ ਸਰ, ਜੇਕਰ ਗੱਲ ਕਰੀਏ ਕਿਸਾਨੀ ਅੰਦੋਲਨ ਦੀ, ਪਹਿਲਾਂ ਦਾ ਪੜਾਅ ਕੀ ਰਿਹਾ ਸੀ ਤੇ ਹੁਣ ਉਸ 'ਚ ਕੀ ਤਬਦੀਲੀ ਆਈ ਹੈ? ਦੇਖੋ, ਇਹ ਹਮੇਸ਼ਾ ਤੁਸੀਂ ਦੇਖੋ, ਸੰਘਰਸ਼ ਜਦੋਂ ਏਡੇ ਲੰਬੇ ਚੱਲਦੇ ਹੁੰਦੇ ਆ ਨਾ, ਤਾਂ ਸੰਘਰਸ਼ ਦੇ ਮੋਮੈਂਟਮ ਵੀ ਬਦਲਦੇ ਰਹਿੰਦੇ ਆ। ਸੰਘਰਸ਼ ਕਿਸੇ ਵੇਲੇ ਉਹਦਾ ਮੋਮੈਂਟਮ ਬਹੁਤ ਜ਼ਿਆਦਾ ਐਗਰੈਸਿਵ ਸੀ, ਕਿਉਂਕਿ ਉੱਥੇ ਪੰਜਾਬ ਆ ਜਿਹੜਾ, ਪੰਜਾਬ 'ਚ ਬਾਗੀ ਪ੍ਰਵਿਰਤੀ ਦੇ ਲੋਕ ਆ। ਇਹ ਸਾਨੂੰ ਪਤਾ, ਅਸੀਂ ਬਾਗੀ ਲੋਕ ਆ। ਅਸੀਂ ਸਟੇਟ ਦੇ ਨਾਲ ਜਾਂ ਸਰਕਾਰਾਂ ਦੇ ਨਾਲ ਮੱਥਾ ਲਾਉਣ ਤੋਂ ਪਿੱਛੇ ਨਹੀਂ ਹਟਦੇ। ਸੋ ਇੱਕ ਵੇਲੇ ਉਹ ਪੰਜਾਬ ਦੇ ਹੱਥ 'ਚ ਸੀ, ਸੰਘਰਸ਼ ਪੰਜਾਬ ਦੇ ਲੋਕਾਂ ਦੇ ਹੱਥ 'ਚ ਸੀ, ਉਹਦਾ ਰੌਂ ਵੀ ਉਵੇਂ ਹੀ ਸੀ। ਇਸ ਰੌਂ 'ਚ ਤਬਦੀਲੀ ਉਦੋਂ ਆਈ ਜਦੋਂ 26 ਜਨਵਰੀ ਤੋਂ ਬਾਅਦ ਨਿਸ਼ਾਨ ਸਾਹਿਬ ਤੇ ਦੇਖੋ, ਉੱਥੇ ਕਿਸਾਨੀ ਝੰਡਾ ਵੀ ਚੜਾਇਆ ਗਿਆ, ਤਿਰੰਗਾ ਵੀ ਚੜਾਇਆ ਗਿਆ, ਪਰ ਕੱਲਾ ਅਟੈਕ ਨਿਸ਼ਾਨ ਸਾਹਿਬ ਤੇ ਹੋਇਆ। ਸੋ ਇਹਦੇ ਨਾਲ ਕੀ ਕੀਤਾ ਉਹਨਾਂ ਨੇ, ਜਿਹੜੇ ਬਾਗੀ ਲੋਕ ਸੀ ਉਹਨਾਂ ਨੂੰ ਪਿੱਛੇ ਕਰਤਾ, ਤੇ ਜਿਹੜੀਆਂ ਹਕੂਮਤਾਂ ਦੇ ਨਾਲ ਮਿਲ ਕੇ ਚੱਲਣ ਵਾਲੇ ਲੋਕ ਆ ਉਹਨਾਂ ਨੂੰ ਅੱਧੇ ਘੰਟੇ 'ਚ ਹੀਰੋ ਬਣਾ ਕੇ ਅੱਗੇ ਲੈ ਆਏ। ਸੋ ਤੁਸੀਂ ਇਹ ਵੇਖੋ, ਇਸੇ ਲਈ ਕਿਸੇ ਵੇਲੇ, ਮੈਂ ਤਾਂ ਹੁਣ ਸੱਚੀ ਗੱਲ ਕਹਿਣੋਂ ਹਟਦਾ ਨਹੀਂ ਹੁੰਦਾ, ਕਿਸੇ ਵੇਲੇ ਡਕੈਤ ਸਾਹਿਬ 32ਵੇਂ ਨੰਬਰ ਤੇ ਆਉਂਦੇ ਸੀ, ਅੱਜ ਉਹ ਪਹਿਲੇ ਨੰਬਰ ਤੇ ਬੈਠੇ। ਅੱਧੇ ਘੰਟੇ 'ਚ ਹੀਰੋ ਬਣਾ ਕੇ ਮੀਡੀਆ ਨੇ, ਦੇਖੋ ਜੀ ਇਸ ਕਰਕੇ ਮੋਰਚਾ ਬਚ ਗਿਆ। ਹਾਲਾਂਕਿ ਮੋਰਚਾ ਤਾਂ ਉੱਥੇ ਜਿਹੜੇ ਬੈਠੇ ਲੋਕ ਆ ਉਹ ਚਲਾ ਰਹੇ ਆ, ਉੱਥੇ ਨਾ ਕੋਈ ਲੀਡਰਸ਼ਿਪ ਚਲਾ ਰਹੀ ਆ, ਤੇ ਉਹਦੀ ਅਗਵਾਈ ਉਹ ਆਪੇ ਕਰੀ ਅਗਵਾਈ ਬਾਜਾਂ ਵਾਲਿਆ, ਜਿੱਤੇ ਬਿਨਾ ਜਾਣਾ ਨਹੀਂ ਪੰਜਾਬ ਮੁੜਿਆ, ਉਹਦੇ ਹੱਥ ਆ। ਸੋ ਜਿਹੜੀ ਇਹ ਗੱਲ ਉੱਥੋਂ ਪਾਸੇ ਕਰਨੀ, ਇਹਦੇ ਤੇ ਹਕੂਮਤਾਂ ਦਾ ਜਾਂ ਉਹਨਾਂ ਸਰਕਾਰੀ ਏਜੰਸੀਆਂ ਦਾ ਕੰਮ ਆ ਵੀ ਇਸ ਸਪਿਰਿਟ ਨੂੰ, ਇਸ ਬਾਗੀ ਪ੍ਰਵਿਰਤੀ ਦੇ ਲੋਕਾਂ ਨੂੰ ਉੱਥੋਂ ਪਾਸੇ ਕਰ ਦਿਓ, ਤਾਂ ਕਿ ਅਸੀਂ ਬੜੇ ਢੰਗ ਨਾਲ ਮੋਰਚੇ ਨੂੰ ਹੈਂਡਲ ਕਰ ਸਕੀਏ ਤੇ ਉਹੀ ਵਰਤਾਰਾ ਵਾਪਰੇ। ਮਤਲਬ ਸਰ, ਤੁਸੀਂ ਰਾਜਨੀਤਿਕ ਪਾਰਟੀਆਂ ਦਾ ਇਸ ਵਿੱਚ ਇਨਵੋਲਵਮੈਂਟ ਸਮਝਦੇ ਹੋ? ਜਿਹੜੇ ਸਾਡੇ ਉੱਥੇ ਲੀਡਰਸ਼ਿਪ ਆ, ਉਹਨਾਂ ਦੀ ਐਸੋਸੀਏਸ਼ਨ ਨਹੀਂ ਰਾਜਨੀਤੀ ਨਾਲ ਰਹੀ ਤਾਂ ਮੈਨੂੰ ਦੱਸੋ ਤੁਸੀਂ, ਕਿਸੇ ਵੀ ਲੀਡਰ ਦੀ। ਅਸੀਂ ਉਹਨਾਂ ਤੇ ਕੁਐਸਚਨ ਨਹੀਂ ਉਠਾ ਰਹੇ। ਗੱਲ ਇਹ ਆ ਵੀ ਸੰਘਰਸ਼ ਦਾ ਮੋਮੈਂਟਮ ਕਿੱਥੇ ਖੜ ਗਿਆ ਆ ਕੇ, ਔਰ ਕਿਉਂ ਖੜਿਆ। ਇਹ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਗੱਲਾਂ ਨੂੰ ਸਮਝਣਾ ਤੇ ਉਹਨਾਂ ਗੱਲਾਂ ਦੇ ਅਕੋਰਡਿੰਗਲੀ ਗਾਂ ਆਉਣ ਵਾਲੇ ਫੈਸਲੇ ਲੈਣੇ। ਤੇ ਜਿਹੜਾ ਤੁਸੀਂ ਰੁਲਦੂ ਸਿੰਘ ਵਾਲਾ ਸਵਾਲ ਕੀਤਾ ਸੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸਰਦਾਰ ਰੁਲਦੂ ਸਿੰਘ ਇਹੋ ਜਿਹੀਆਂ ਸਟੇਟਮੈਂਟਸ ਦਿੰਦੇ ਆ ਨਾ, ਇਹਦੇ 'ਚੋਂ ਉਹਨਾਂ ਦੀ ਸਿਰਫ ਮਾਨਸਿਕਤਾ ਝਲਕਦੀ ਹੈ। ਉਹ ਲਹਿਰਾਂ ਨੂੰ ਜਿਵੇਂ ਬਿਆਨ ਕਰਦੇ ਆ, ਤੇ ਲਹਿਰਾਂ 'ਚੋਂ ਕੀ ਖੱਟਿਆ ਗਿਆ ਜਾਂ ਸਾਡੇ ਬੰਦੇ ਮਰਵਾਤੇ, ਉਹ ਬੰਦੇ ਸ਼ਹਾਦਤਾਂ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਆ, ਉਹਨਾਂ ਦੀ ਮਾਨਸਿਕਤਾ ਝਲਕਦੀ ਆ। ਇਸ ਹਿਸਾਬ ਨਾਲ ਤਾਂ ਸਾਡੇ ਰਹਿਬਰ, ਸਾਡੇ ਜਿਹੜੇ ਗੁਰੂ ਸਾਹਿਬਾਨ, ਉਹਨਾਂ ਨੇ ਸ਼ਹਾਦਤਾਂ ਦੇ ਕੇ ਕੀ ਖੱਟ ਲਿਆ, ਫਿਰ ਉਹਨਾਂ ਦੀ ਮਾਨਸਿਕਤਾ ਤਾਂ ਇਹ ਕਹਿੰਦੀ ਆ। ਫਿਰ ਜਾਂ ਗਦਰੀ ਬਾਬਿਆਂ ਨੇ ਗਦਰ ਲਹਿਰ 'ਚੋਂ ਕੀ ਖੱਟ ਲਿਆ, ਹੈ ਨਾ। ਸਾਡੇ ਜਿਹੜੇ ਸੰਘਰਸ਼ ਬਾਰ-ਬਾਰ ਉੱਠੇ ਆ, ਉਹਨਾਂ ਸੰਘਰਸ਼ਾਂ 'ਚੋਂ ਅਸੀਂ ਕੀ ਖੱਟ ਲਿਆ, ਖੱਟਿਆ ਕੀ ਜਾਂਦਾ ਹੁੰਦਾ। ਵਪਾਰ ਕਰਨ ਥੋੜੀ ਗਏ ਆ ਇੱਥੇ ਅਸੀਂ, ਕੋਈ ਰੋਟੀ ਪਾਣੀ ਦੀ ਗੱਲ ਨਹੀਂ ਚੱਲ ਰਹੀ ਇੱਥੇ, ਤਾਂ ਰੂਹਾਂ ਦੀ ਗੱਲ ਚੱਲ ਰਹੀ ਆ। ਸੋ ਅੱਜ ਸਾਡਾ ਨਿਸ਼ਾਨ ਸਭ ਤੋਂ ਉੱਚਾ ਤਾਂ ਹੀ ਝੂਲਦਾ ਕਿਉਂ, ਇਹਦੇ ਪਿੱਛੇ ਬੜੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਹੋਈਆਂ, ਮਿੱਥ ਸਿਰਜੇ ਗਏ ਆ ਉਹਨਾਂ ਸ਼ਹਾਦਤਾਂ ਦੇ। ਤੁਸੀਂ ਨੌਜਵਾਨਾਂ ਨੂੰ ਕੀ ਸੇਧ ਦੇਣ ਆਏ ਹੋ ਪੰਧੇਰ ਪਿੰਡ 'ਚ ਆ ਕੇ? ਦੇਖੋ, ਸੇਧ ਤਾਂ ਇਹੀ ਆ ਵੀ ਜਦੋਂ ਤੱਕ ਅਸੀਂ ਆਪਦੀ ਸਿਆਸਤ ਨਹੀਂ ਸਿਰਜਦੇ, ਜਦੋਂ ਤੱਕ ਪੰਜਾਬ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਨੂੰ ਆਪਦੀ ਮੁੜ ਉਸਾਰੀ ਕਰਨੀ ਪੈਣੀ ਆ। ਅਸਲ
ਪੋਲੀਟੀਕਲ ਮਸਲਿਆਂ ਦੀ ਗੱਲ ਕਰਨੀ ਪੈਣੀ ਆ, ਚਾਹੇ ਉਹ ਪਾਣੀਆਂ ਦੇ ਮਸਲੇ ਆ, ਸਾਡੇ ਸਿੱਖਿਆ ਦਾ ਮਸਲਾ, ਸਾਡੇ ਪ੍ਰਵਾਸ ਦਾ ਮਸਲਾ, ਸਾਡੇ ਵਾਸਤੇ ਐਜੂਕੇਸ਼ਨ ਦਾ ਮਸਲਾ, ਈਵਨ ਸਾਡੇ ਕਲਚਰ ਦਾ ਮਸਲਾ, ਈਵਨ ਮੀਡੀਆ ਦੀ ਰਿਸਪੌਂਸਿਬਿਲਟੀ ਦੀ ਮੈਂ ਤੁਹਾਨੂੰ ਗੱਲ ਦੱਸਦਾ। ਅੱਜ ਤੱਕ ਪੰਜਾਬੀ ਬੋਲੀ ਦਾ ਜੋ ਸਤਰ ਜਿੱਥੇ ਅਸੀਂ ਪਹੁੰਚ ਗਏ ਆ, ਉੱਥੇ ਮੀਡੀਆ ਦਾ ਬਹੁਤ ਵੱਡਾ ਹੱਥ ਹੈ ਜੀ। ਮੈਂ ਬਹੁਤ ਜ਼ਿਆਦਾ ਜਰਨਲਿਜ਼ਮ ਕਿੱਡਾ ਰਿਸਪੌਂਸਿਬਲ ਤੁਸੀਂ ਇਹ ਦੇਖ ਲਓ ਜੌਬ ਆ, ਪਰ ਉਹਨੂੰ ਜਿਸ ਤਰ੍ਹਾਂ ਅੱਜ ਕੱਲ੍ਹ ਦਾ ਜਰਨਲਿਜ਼ਮ ਹੋਇਆ ਪਿਆ, ਪੰਜਾਬੀ ਵੀ ਨਹੀਂ ਬੋਲਣੀ ਆਉਂਦੀ ਤੇ ਅਦਾਰਿਆਂ ਨੂੰ ਵੀ ਨਹੀਂ ਆਉਂਦੀ। ਉਹ ਜਿਸ ਤਰ੍ਹਾਂ ਦੀਆਂ ਪਬਲੀਕੇਸ਼ਨਸ ਪਬਲਿਕ ਕਰਦੇ ਆ, ਉਹ ਪਬਲਿਸ਼ ਕਰਦੇ ਆ, ਉਹਦੇ 'ਚ ਤੁਸੀਂ ਦੇਖੋ ਪੰਜਾਬੀ ਦਾ ਲੈਵਲ, ਉਹਦਾ ਸਤਰ ਕਿੰਨਾ ਹੇਠਾਂ ਡਿੱਗ ਚੁੱਕਿਆ, ਸਾਡਾ ਸਮਾਜ ਦਾ ਸਤਰ ਕਿੰਨਾ ਹੇਠਾਂ ਡਿੱਗ ਚੁੱਕਿਆ। ਵਿਆਹਾਂ ਦੇ ਸੌਦੇ ਹੋਣ ਲੱਗ ਗਏ, ਫਿਰ ਅਸੀਂ ਇੱਕ ਦੂਜੇ ਦੀ ਉਹਦੇ ਤੇ ਦੇਖੋ ਫਲਾਣੇ ਨੇ ਉਹਦੀ ਗਲਤੀ ਸੀ, ਮੁੰਡੇ ਦੀ ਗਲਤੀ ਸੀ ਕਿ ਕੁੜੀ ਦੀ ਗਲਤੀ ਸੀ। ਨਹੀਂ, ਇਹਦੇ ਤੁਸੀਂ ਐਜ਼ ਅ ਸੁਸਾਇਟੀ ਕਲੈਕਟਿਵ ਰਿਸਪੌਂਸਿਬਿਲਿਟੀ ਕਿਉਂ ਨਹੀਂ ਲੈਂਦੇ ਵੀ ਸਾਡੇ ਸਮਾਜ 'ਚ ਇਹ ਸਾਡੇ ਰਿਸ਼ਤਿਆਂ ਦੀ ਹੁਣ ਅਸੀਂ ਵਪਾਰ ਕਰਨ ਲੱਗ ਗਏ। ਸੋ ਇਹ ਤਾਂ ਸਾਨੂੰ ਕਲੈਕਟਿਵ ਰਿਸਪੌਂਸਿਬਿਲਿਟੀ ਲੈਣੀ ਪਊ, ਸਾਨੂੰ ਕਲੈਕਟਿਵਲੀ ਕੌਨਸ਼ੀਅਸ ਹੋ ਕੇ ਇਹਦੇ ਲਈ ਐਫਰਟ ਕਰਨਾ ਪਊਗਾ, ਫੇਰ ਹੀ ਅਸੀਂ ਕਿਸੇ ਰਾਹ ਤੇ ਤੁਰ ਸਕਦੇ ਹਾਂ। ਜੋਤ ਸਿੰਘ ਸਿੱਧੂ ਨੇ ਤਖਤਪੋਸ਼ੀ ਵੇਲੇ ਉਹਨਾਂ ਨੇ ਕਿਹਾ ਸੀ ਕਿ ਉਹ ਕਿਸਾਨਾਂ ਦੇ ਨਾਲ ਖੜਨਗੇ, ਕੀ ਖੜੇ ਨੇ ਉਹ ਨਾਲ? ਨਹੀਂ ਜੀ, ਇਹ ਗੱਲਾਂ ਹੀ ਹੁੰਦੀਆਂ, ਇਹ ਸਾਡੇ ਜੁਮਲੇ ਬੜੇ ਦਿੰਦੇ ਆ ਲੀਡਰ ਜਿਹੜੇ ਆਉਂਦੇ ਆ। ਇੱਕ ਨੈਸ਼ਨਲ ਪਾਰਟੀ ਦੇ ਰਿਪਰੈਜ਼ੈਂਟੇਟਿਵ ਆ ਉਹ ਪੰਜਾਬ 'ਚ, ਉਸ ਨੈਸ਼ਨਲ ਪਾਰਟੀ ਨੇ ਜਿਹਦੇ ਪੰਜਾਬ 'ਚ ਉਸ ਵੇਲੇ ਰਾਜ ਕੀਤਾ ਜਦੋਂ ਸਾਡੇ ਨਾਲ ਘੱਲੂਘਾਰਾ ਵੀ ਵਾਪਰ ਗਿਆ। ਉਸ ਤੋਂ ਬਾਅਦ ਵੀ ਉਹਨਾਂ ਨੇ ਕੀ ਕਰ ਗਏ, ਤੇ ਦੂਜੀ ਨੈਸ਼ਨਲ ਪਾਰਟੀ 'ਚ ਵੀ ਰਹੇ ਆ ਉਹ ਜਿਹੜੀ ਅੱਜ ਰਾਜ 'ਚ। ਇਹਨਾਂ ਤੋਂ ਕਿਸੇ ਤੋਂ ਕੋਈ ਉਮੀਦ ਨਾ ਰੱਖੋ। ਪੰਜਾਬ ਨੂੰ ਆਪਦੀ ਸਿਆਸਤ ਸਿਰਜਣੀ ਪੈਣੀ ਆ, ਲੋਕਾਂ 'ਚੋਂ ਅਸੀਂ ਇੱਕ ਕਲੈਕਟਿਵ ਲੀਡਰਸ਼ਿਪ ਪੈਦਾ ਕਰੀਏ, ਆਪਦੀ ਸਿਆਸਤ ਖੜੀ ਕਰੀਏ। ਖੇਤਰੀ ਸਿਆਸਤ ਦੀ ਗੱਲ ਕਰੋ। ਜਦੋਂ ਤੱਕ ਅਸੀਂ ਇਸ ਆਨੇ ਵਾਲੀ ਥਾਂ ਤੇ ਨਹੀਂ ਆਉਂਦੇ, ਜਿਹੜੇ ਮਰਜ਼ੀ ਲੀਡਰਸ਼ਿਪ, ਜਿਹੜੀ ਮਰਜ਼ੀ ਲੋਕ ਆਈ ਜਾਣ, ਉਹਨਾਂ ਨੇ ਕੁਝ ਨਹੀਂ ਕਰਨਾ, ਉਹਨਾਂ ਨੇ ਸਿਰਫ ਗੱਲ ਕਹਿਣੀ ਆ। ਅਸੀਂ ਫਿਰ ਉਧਰ ਨੂੰ ਉਲਰ ਜਾਾਂਗੇ ਵੀ ਨਵਾਂ ਕੋਈ ਬੰਦਾ ਆ ਗਿਆ ਖਲੇ, ਇਹ ਸਾਡਾ ਕੁਝ ਕਰ ਜੂਗਾ। ਕਰਨਾ ਕਰਾਉਣਾ ਕਿਸੇ ਨੇ ਕੁਝ ਨਹੀਂ। ਸਰ ਇੱਕ ਹੋਰ ਹੈਗਾ, ਅੱਜ ਤੁਸੀਂ ਪਿੰਡ ਪੰਧੇਰ ਪਹੁੰਚੇਗਾ, ਹੋਰ ਵੀ ਪੰਜਾਬ ਦੇ ਵਿੱਚ ਤੁਸੀਂ ਰਾਉਂਡ ਲਾਓਗੇ ਇਸ ਮਾਮਲੇ ਨੂੰ ਲੈ ਕੇ? ਹਾਂਜੀ, ਉਹ ਤਾਂ ਦੇਖੋ ਚੱਲ ਹੀ ਰਹੇ ਆ ਇਸ ਗੱਲਾਂ, ਇਹ ਜਿਹੜੀਆਂ ਆਪਾਂ ਕੀਤੀਆਂ ਅੱਜ, ਇਹ ਤਾਂ ਬੜੀ ਇੱਕ ਸੰਖੇਪ ਰੂਪ 'ਚ ਆਪਾਂ ਗੱਲ ਕੀਤੀ ਆ, ਪਰ ਇਹ ਤਾਂ ਲਗਾਤਾਰ ਹੀ ਆਪਣੀਆਂ ਜਿਹੜਾ ਇਹ ਸਿਲਸਿਲਾ ਇਹ ਤਾਂ ਚੱਲ ਹੀ ਰਿਹਾ। ਪੂਰੇ ਇਲੈਕਸ਼ਨ ਵੀ ਆ ਰਹੇ ਹੈਗੇ 2022 ਦੇ, ਤੇ ਉਹਨੂੰ ਕਿਵੇਂ ਦੇਖ ਰਹੇ ਹੈਗੇ ਜੀ ਤੁਸੀਂ? ਦੇਖੋ, ਇੱਕ ਹੋਰ ਅਸੀਂ ਇਹ ਚੀਜ਼ ਦੇਖਣ ਲੱਗ ਜਾਂਦੇ ਆ ਵੀ ਇਲੈਕਸ਼ਨ ਆ ਨਾ ਜਿਹੜੇ, ਉਹ ਪਤਾ ਨਹੀਂ ਕੀ ਹੱਲ ਕਰ ਦੇਣਗੇ ਵੀ ਹੁਣ ਐ ਕਰੋ ਆਪਾਂ ਚੋਣਾਂ ਲੜ ਲੈਂਦੇ ਆ, ਉਹਦੇ 'ਚੋਂ ਹੱਲ ਨਿਕਲ ਆਊ। ਨਹੀਂ, ਉਹਦੇ 'ਚੋਂ ਬੜਾ ਇੱਕ ਕੋਈ ਅੰਸ਼ਕ ਜਿਹਾ ਹੱਲ ਨਿਕਲੂਗਾ, ਕਿਉਂਕਿ ਸੀਐਮ ਦੀ ਪਾਵਰ ਤਾਂ ਨਗਰਪਾਲਿਕਾ ਦੇ ਪ੍ਰਧਾਨ ਜਿੰਨੀ ਹੋਈ ਖੜੀ ਆ। ਕੋਈ ਪਾਵਰ ਨਹੀਂ ਆ, ਪਾਲਿਸੀ ਮੇਕਿੰਗ ਦੀ ਕੋਈ ਪਾਵਰ ਨਹੀਂ ਆ। ਅੱਜ ਆਪਾਂ ਵੱਧ ਅਧਿਕਾਰਾਂ ਦੀ ਗੱਲ ਕਿਉਂ ਕਰਦੇ ਆ? ਇਸੇ ਕਰਕੇ ਕਰਦੇ ਆ ਨਾ ਵੀ ਸਾਡੀਆਂ ਪਾਲਿਸੀਆਂ ਅਸੀਂ ਆਪ ਘੜੀਏ। ਦਿੱਲੀ ਬੈਠ ਕੇ ਤੁਸੀਂ ਪੰਜਾਬ ਦੀ ਪਾਲਿਸੀ ਘੜ ਦੋ, ਦਿੱਲੀ ਬੈਠ ਕੇ ਉਧਰ ਕੇਰਲਾ ਤਮਿਲਨਾਡੂ ਦੀ ਪਾਲਿਸੀ ਘੜ ਦੋ, ਉਹ ਕਦੇ ਪੋਸੀਬਲ ਹੀ ਨਹੀਂ ਹੋ ਸਕਦੀ ਨਾ। ਉੱਥੋਂ ਦਾ ਸਾਰਾ ਹਾਲਾਤ ਹੀ ਵੱਖਰੇ, ਉੱਥੋਂ ਦਾ ਪੌਣ ਪਾਣੀ, ਹਵਾ, ਵਾਤਾਵਰਨ, ਮਿੱਟੀ, ਲੋਕ, ਸਭ ਕੁਝ ਹੀ ਵੱਖਰਾ, ਕਲਚਰ ਵੱਖਰਾ। ਸੋ ਇਸ ਕਰਕੇ ਤੁਸੀਂ ਜਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਨਾ, ਇਹਦੇ 'ਚ ਇੱਕ ਵੱਡੇ ਬਦਲਾਅ ਦੀ ਜ਼ਰੂਰਤ ਆ, ਉਹ ਵੱਡੀ ਮੁੜ ਸਾਰੀ ਦੀ ਜ਼ਰੂਰਤ ਆ। ਜੇ ਸਾਡੀ ਕਨਸਟੀਟਿਊਸ਼ਨ ਅਸੀਂ ਕਹਿੰਦੇ ਆ ਨਾ ਫੈਡਰਲ, ਇਹ ਕਹਿ ਹੀ ਦਿੰਦੇ ਆ, ਪਰ ਉਹਦੀ ਪ੍ਰੈਕਟਿਸ 'ਚ ਜਦੋਂ ਅਸੀਂ ਆਉਣੇ ਆ, ਜੇ ਅਸੀਂ ਉਹ ਪ੍ਰੈਕਟਿਸ ਨੂੰ ਇਹ ਕਹਿੰਦੇ ਆ ਵੀ ਆ ਕਨਸਟੀਟਿਊਸ਼ਨ ਦੇ ਜੋ ਵਿੱਚ ਲਿਖਿਆ ਉਹੀ ਦੇ ਦਿਓ, ਫਿਰ ਵੀ ਸਾਨੂੰ ਐਂਟੀ ਨੈਸ਼ਨਲ ਦਾ ਸਾਡੇ ਤੇ ਟੈਗ ਲਾ ਦਿੰਦੇ ਆ। ਸੋ ਸਾਨੂੰ ਲੜਨਾ ਪਊਗਾ, ਸਾਨੂੰ ਐਸ ਪਰ ਕਨਸਟੀਟਿਊਸ਼ਨ ਹੀ ਲੜਨਾ ਪਊ। ਖੇਤੀ ਕਾਨੂੰਨਾਂ ਨੂੰ ਲੈ ਕੇ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਤੁਸੀਂ? ਦੁਨੀਆ ਦੇਖ ਰਹੀ ਹੈ ਤੁਹਾਨੂੰ। ਦੇਖੋ, ਲੜਾਈ ਆ ਜਿਹੜੀ, ਇਹ ਸਮਝ ਲਓ ਵੀ ਤੁਸੀਂ ਖੇਤੀ ਕਾਨੂੰਨਾਂ ਤੱਕ ਸੀਮਿਤ ਨਹੀਂ ਆ। ਖੇਤੀ ਕਾਨੂੰਨ ਸਿਰਫ ਉਸ ਬਿਮਾਰੀ ਦੇ ਲੱਛਣ ਆ ਜਿਹਦੀ ਜੜ ਜਿੱਥੇ ਪਈ ਆ। ਜੇ ਅਸੀਂ ਉਹ ਜੜ ਨਹੀਂ ਪੱਟੀ ਤਾਂ ਫਿਰ ਇਹ ਲੱਛਣ ਵਾਰ-ਵਾਰ ਪੈਦਾ ਹੁੰਦੇ ਰਹਿਣਗੇ, ਅਸੀਂ ਉਹਨਾਂ ਲੱਛਣਾਂ ਨਾਲ ਹੀ ਲੜਦੇ ਰਹਾਂਗੇ। ਸੋ ਇਸ ਕਰਕੇ ਤੁਸੀਂ ਕਹੋ ਜੇ 3 ਕਾਨੂੰਨਾਂ ਦੀ ਲੜਾਈ ਆ, ਅਸੀਂ ਤਾਂ ਫਿਰ ਉੱਥੇ ਹੀ ਖੜੇ ਆ। ਮੈਂ ਪਿਛਲੇ 10 ਮਹੀਨਿਆਂ ਤੋਂ, ਸਾਲ ਤੋਂ ਇਹੀ ਤਾਂ ਗੱਲ ਕਹੀ ਜਾ ਰਿਹਾ ਵੀ ਬਾਈ ਜੀ ਉੱਥੇ ਹੀ ਖੜੇ ਆ, ਉਹੀ ਖੁਦਕੁਸ਼ੀਆਂ, ਉਹੀ ਕਰਜ਼ੇ ਆ। ਕਾਨੂੰਨ ਵਾਪਸ ਕਰਾ ਕੇ ਆ ਕੇ ਫਿਰ ਕੀ ਕਰ ਲਾਂਗੇ ਅਸੀਂ? ਸੋ ਅਸੀਂ ਬਿਮਾਰੀ ਦੀ ਜੇ ਜੜ ਨਾ ਪੱਟੀ ਤੇ ਪੰਜਾਬ ਨੂੰ ਕੋਈ ਮਸਲਿਆਂ ਦਾ ਹੱਲ ਮਿਲ ਜੂ, ਏਡੇ ਵੱਡੇ ਸੰਘਰਸ਼ ਚੋਂ ਵੀ ਨਿਰਾਸ਼ਤਾ ਆਊਗੀ। ਤੁਸੀਂ ਇਹ ਗੱਲ ਨੂੰ ਜਦੋਂ ਤੱਕ ਸਮਝਦੇ ਨਹੀਂ, ਸੱਚਾਈ ਨੂੰ ਤੁਸੀਂ ਉਹਦੇ ਨਾਲ ਰੂਬਰੂ ਨਹੀਂ ਹੁੰਦੇ ਤੇ ਉਸ ਅਕੋਰਡਿੰਗਲੀ ਆਪਦੀ ਵਿਉਂਤ ਨਹੀਂ ਘੜਦੇ, ਸਾਡਾ ਬਹੁਤ ਔਖਾ ਹੋ ਜਾਊਗਾ। ਤੇ 22 ਦੀਆਂ ਇਲੈਕਸ਼ਨਸ ਆ ਰਹੀਆਂ ਨੇ, ਤੇ ਜਿਹੜੇ ਵੱਡੇ ਪੋਲੀਟੀਕਲ ਨੇ, ਜਿਹੜੇ ਉਹਨਾਂ ਦੇ ਆਦਮੀ ਨੇ, ਤਾਂ ਉਹ ਉਹਨਾਂ ਨੂੰ, ਜਿਹੜੇ ਕਿਸਾਨਾਂ ਨੂੰ ਵੱਡੇ ਅਹੁਦੇ ਦੇ ਕੇ ਉਹਨਾਂ ਨੂੰ ਭਟਕਾ ਰਹੇ ਨੇ ਉਹਨਾਂ ਦੇ ਰਸਤੇ ਤੋਂ। ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਗੱਲ ਆਈ ਹਾਂ, ਅੱਜ ਤੱਕ ਪੋਲੀਟੀਸ਼ੀਅਨਸ ਨੇ ਕੀਤਾ ਕੀ ਆ ਜੀ? ਉਹਨਾਂ ਨੇ ਵਰਗਲਾ ਕੇ ਲੋਕਾਂ ਨੂੰ ਵੋਟਾਂ ਲਈਆਂ। ਜੀ ਬਿਲਕੁਲ, ਹਨਾ, ਉਹ ਮੈਨੀਪੂਲੇਸ਼ਨ ਆ। ਸਾਨੂੰ ਉਹ ਇੱਕ ਆਬਜੈਕਟ ਦੀ ਤਰ੍ਹਾਂ ਟਰੀਟ ਕਰਦੇ ਆ, ਵਸਤੂ ਨਹੀਂ ਹੁੰਦੀ ਜਿਵੇਂ ਵੀ ਇੱਥੋਂ ਚੱਕ ਕੇ ਇੱਥੇ ਰੱਖਤੀ, ਉਹ ਵਸਤੂ ਦੀ ਤਰ੍ਹਾਂ ਟਰੀਟ ਕਰਦੇ ਆ, ਕਿਉਂਕਿ ਲੋਕਾਂ ਦੀ ਮਾਨਸਿਕਤਾ ਉੱਥੋਂ ਤੱਕ ਫੜੀ ਬੈਠੀ ਆ। ਉਹ ਆਪ ਸਬਜੈਕਟ ਆ,
ਉਹਨਾਂ ਨੇ ਤੁਹਾਨੂੰ ਆਬਜੈਕਟ ਦੀ ਤਰ੍ਹਾਂ ਟਰੀਟ ਕਰਨਾ ਜੀ ਤੇ ਉਸ ਗੱਲ ਤੇ ਮੁੜ ਕੇ ਅਸੀਂ ਉਸ ਗੱਲ 'ਚ ਆ ਵੀ ਜਾਂਦੇ ਆ ਤੇ ਕਿਸੇ ਲੀਡਰਸ਼ਿਪ ਨੂੰ ਆਪਦਾ ਭਰੋਸਾ ਦੇ ਦਿੰਦੇ ਆ, ਉਹ ਲੀਡਰਸ਼ਿਪ ਕਰਦੀ ਕੁਛ ਨਹੀਂ। ਅੱਜ ਤੱਕ ਜੋ ਅਸਲ ਗੱਲ ਹੋਣੀ ਚਾਹੀਦੀ ਸੀ, ਸੈਂਟਰ ਨਾਲ ਵੱਧ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਸੀ। ਹੁਣ ਕੇਜਰੀਵਾਲ ਆ ਕੇ ਇੱਥੇ ਕਹਿ ਰਿਹਾ ਮੈਂ ਤੁਹਾਨੂੰ ਬਿਜਲੀ ਫ੍ਰੀ ਦੇਵਾਂਗਾ। ਜੀ ਤੁਸੀਂ ਇੱਕ ਗੱਲ ਸੋਚੋ ਵੀ ਸਾਨੂੰ ਜਿੱਥੇ ਐਡਾ ਸਾਡੇ ਕੋਲੇ ਰਿਚ ਸਟੇਟ ਸੀਗਾ ਤੇ ਸਾਨੂੰ ਲਿਆ ਕੇ ਖੜਾ ਕਿੱਥੇ ਕਰਤਾ, ਕਿਉਂਕਿ ਸਾਡੇ ਰਿਸੋਰਸਸ ਲੈ ਗਏ। ਦਿੱਲੀ ਨੂੰ ਅਸੀਂ ਪਾਣੀ ਦੇਈ ਜਾਂਦੇ ਆ, ਤੁਸੀਂ ਸਾਨੂੰ ਸਾਡੇ ਪਾਣੀ ਦਾ ਮੁੱਲ ਹੀ ਦੇ ਦਿਓ, ਸਾਨੂੰ ਕੋਈ ਫ੍ਰੀ ਬਿਜਲੀ ਨਹੀਂ ਚਾਹੀਦੀ। ਬਿਲਕੁਲ। ਅਸੀਂ ਤੁਹਾਨੂੰ ਦਿੰਨੇ ਆ ਫ੍ਰੀ ਬਿਜਲੀ, ਅਸੀਂ ਤੁਹਾਨੂੰ ਪਾਣੀ ਦਿੰਨੇ ਆ, ਅਸੀਂ ਤੁਹਾਨੂੰ ਅਨਾਜ ਪੈਦਾ ਕਰ ਦਿੰਨੇ ਆ, ਤੇ ਤੁਸੀਂ ਸਾਨੂੰ ਆ ਕੇ ਆ ਫ੍ਰੀ ਬਿਜਲੀ ਤੇ ਅਨਾਜ ਦੇ ਲਾਲਚ ਦਿੰਨੇ ਹੋ। ਯਾਰ ਇਹ ਪੰਜਾਬ 'ਚ ਨਹੀਂ ਚੱਲਣੀ ਗੱਲ। ਸੋ ਇਹ ਦਿੱਲੀ 'ਚ ਚੱਲ ਗਈ ਜਿੱਥੇ ਕੱਟ ਥਰੋਟ ਇੱਕ ਲਾਈਫ ਸਟਾਈਲ ਆ ਲੋਕਾਂ ਦਾ, ਪੰਜਾਬ 'ਚ ਨਹੀਂ ਇਹ ਗੱਲ ਚੱਲਣੀ। ਸੋ ਪੰਜਾਬ 'ਚ ਬਹੁਤ ਮਸਲੇ ਆ ਲੋਕਾਂ ਕੋਲੇ, ਹੋਰ ਤਰ੍ਹਾਂ ਦੇ ਮਸਲੇ ਆ। ਪਛਾਣ ਦਾ ਮਸਲਾ ਸਾਡਾ ਸਭ ਤੋਂ ਵੱਡਾ। ਸੋ ਇਸ ਕਰਕੇ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਆ ਅਸੀਂ। ਸਾਡੀ ਸੱਭਿਆਚਾਰਕ ਹੋਂਦ ਤੇ ਗੱਲ ਆ ਗਈ, ਸਾਡੇ ਫਲਸਫਿਆਂ ਤੇ ਗੱਲ ਆ ਗਈ, ਸਾਡੀ ਜ਼ਮੀਨਾਂ ਤੇ ਗੱਲ ਆ ਗਈ, ਸਾਡੇ ਸਿਆਸਤ ਤੇ ਗੱਲ ਆ ਗਈ। ਸਾਡੇ ਕੋਲੇ ਸਾਡਾ ਇਤਿਹਾਸ ਨਹੀਂ ਰਿਹਾ ਤੇ ਅਸੀਂ ਕਰਾਂਗੇ ਕੀ? ਤੇ ਅਖੀਰ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਕੀ ਸੇਧ ਦੇ ਕੇ ਜਾਓਗੇ ਤੇ ਕਿਸਾਨੀ ਅੰਦੋਲਨ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਤਾਂ ਇੱਕ ਗੱਲ ਜਾਣਦਾ ਵੀ ਜਿਹੜੀ ਨੌਜਵਾਨੀ ਹੈ ਨਾ ਅੱਜ ਸਾਡੀ, ਉਹਨੇ ਹੀ ਇਹ ਅੰਦੋਲਨ ਲੜਿਆ ਬੜੀ ਜ਼ਿੰਮੇਵਾਰੀ ਨਾਲ। ਕੋਈ ਖੈਬੜਬਾਜ਼ੀ ਨਹੀਂ, ਕਿਸੇ ਤਰ੍ਹਾਂ ਦਾ ਕੋਈ ਹੁੱਲੜਬਾਜ਼ੀ ਨਹੀਂ ਹੋਈ। ਉੱਥੇ ਦਿੱਲੀ ਵੀ ਗਏ ਤਾਂ ਦਿੱਲੀ ਜਾ ਕੇ ਨਾ ਕੋਈ ਲੁੱਟ, ਨਾ ਕੋਈ ਸੁੱਟ, ਨਾ ਕੋਈ ਦੁਕਾਨ ਲੁੱਟੀ, ਨਾ ਕੋਈ ਘਰ ਲੁੱਟਿਆ, ਨਾ ਕੋਈ ਅਸੀਂ ਕਿਸੇ ਤੇ ਇਹ ਵੀ ਹਮਲੇ ਕੀਤੇ ਜਿਸ ਤਰ੍ਹਾਂ ਉਹਨਾਂ ਨੇ ਦਿਖਾਇਆ। ਉਹ ਤਾਂ ਪੁਲਿਸ ਨੇ ਡੰਡਾ ਉੱਥੇ ਵਰਾਉਣਾ ਸ਼ੁਰੂ ਕੀਤਾ ਤਾਂ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਪੈ ਗਈਆਂ ਉਹਨਾਂ ਨੂੰ। ਸਾਡੀ ਨੌਜਵਾਨੀ ਨੇ ਤਾਂ ਪੁਲਿਸ ਵਾਲੇ ਵੀ ਬਚਾਏ ਆ, ਪਰ ਉਹ ਕਦੇ ਦਿਖਾਉਣਗੇ ਨਹੀਂ। ਸੋ ਸਾਡੀ ਨੌਜਵਾਨੀ ਨੇ ਬੜੀ ਜ਼ਿੰਮੇਵਾਰੀ ਨਾਲ ਇਹ ਸੰਘਰਸ਼ ਵੀ ਲੜਿਆ। ਇੱਕ ਨਵੀਂ ਤਰ੍ਹਾਂ ਦੀ ਉਹਨਾਂ 'ਚ ਸੋਚ ਆ। ਮੈਂ ਨੌਜਵਾਨੀ ਨੂੰ ਹਮੇਸ਼ਾ ਹੀ ਕਹਿ ਰਿਹਾ ਵੀ ਇਹੀ ਪੰਜਾਬ ਦਾ ਹੁਣ ਭਵਿੱਖ ਆ। ਇਸ ਨੌਜਵਾਨੀ ਦੇ ਅੰਦਰ ਉਹ ਡਰ ਵੀ ਨਹੀਂ ਜੋ ਅਸੀਂ ਸੰਤਾਪ ਹੰਢਾਇਆ ਨਾ, ਜਿੰਨਾ ਸਾਡੇ ਤੇ ਸਟੇਟ ਨੇ ਜ਼ੁਲਮ ਕੀਤਾ ਤੇ ਸਾਡੇ ਇਦੋਂ ਪਹਿਲਾਂ ਵਾਲੀ ਜਿਹੜੀ ਇੱਕ ਜਨਰੇਸ਼ਨ ਸੀ ਉਹਨਾਂ ਤੇ ਇੱਕ ਮਾਨਸਿਕ ਡਰ ਵੀ ਰਿਹਾ। ਇਹਦੇ ਤੇ ਇਹਨਾਂ ਨੇ ਉਹ ਡਰ ਵੀ ਤੋੜਤਾ। ਉਹ ਕੱਲੇ ਬੈਰੀਕੇਡ ਨਹੀਂ ਭੰਨੇ, ਇਹਨਾਂ ਨੇ ਉਹ ਡਰ ਭੰਨ ਕੇ ਸਟੇਟ ਦਾ ਤੇ ਉਹ ਦਿੱਲੀ ਜਾ ਕੇ ਬਹਿ ਗਏ। ਉਹ ਨੌਜਵਾਨਾਂ ਨੇ ਹੀ ਬਿਠਾਇਆ ਨਾ। ਸੋ ਨੌਜਵਾਨਾਂ ਨੂੰ ਸੰਦੇਸ਼ ਨਹੀਂ ਆ, ਸੰਦੇਸ਼ ਤਾਂ ਉਸ ਲੀਡਰਸ਼ਿਪ ਨੂੰ ਆ ਜਿਹੜੀ ਇਸ ਨੌਜਵਾਨੀ ਨੂੰ ਸਮਝ ਹੀ ਨਹੀਂ ਪਾਈ, ਹਜੇ ਤੱਕ ਨਹੀਂ ਸਮਝ ਰਹੀ ਵੀ ਤੁਸੀਂ ਜਦੋਂ ਤੱਕ ਇਹਨਾਂ ਨੂੰ ਆਪਦੇ ਨਾਲ ਲੈ ਕੇ ਨਹੀਂ ਤੁਰੋਗੇ ਤਾਂ ਸੰਘਰਸ਼ ਦਾ ਉਹ ਰੌਂ ਤੇ ਸੰਘਰਸ਼ ਦਾ ਉਹ ਰੁੱਖ ਨਹੀਂ ਬਣਨਾ ਜੋ 26 ਤੱਕ ਬਣਿਆ ਹੋਇਆ ਸੀ ਉੱਥੇ। ਸਰ ਅੱਗੇ ਰਣਨੀਤੀ ਕੀ ਹੋਊਗੀ ਤੁਹਾਡੀ? ਮੇਰੀ ਰਣਨੀਤੀ ਤਾਂ ਜੀ ਆਏ ਆ ਵੀ ਸਾਡੀ ਸਾਰਿਆਂ ਦੀ ਸਾਂਝੀ ਰਣਨੀਤੀ ਕੀ ਹੋਣੀ ਚਾਹੀਦੀ ਆ। ਸਵਾਲ ਤਾਂ ਇਹ ਹੋਣਾ ਚਾਹੀਦਾ ਮੈਂ ਇਕੱਲਾ ਕੀ ਕਰ ਲੂੰਗਾ। ਮੈਂ ਤਾਂ ਇਹ ਕਹਿ ਰਿਹਾ ਇੱਥੇ ਕਲੈਕਟਿਵ ਲੀਡਰਸ਼ਿਪ ਪੈਦਾ ਕਰਨ ਦੀ ਜ਼ਰੂਰਤ ਆ। ਸੋ ਸਾਡੀ ਸਾਂਝੀ ਰਣਨੀਤੀ ਕੀ ਬਣੇ, ਸਾਡੇ ਲੋਕਾਂ ਦੀ ਸਾਂਝੀ ਰਣਨੀਤੀ ਕੀ ਬਣੇ, ਇਸ ਸਵਾਲ ਤੇ ਆਈਏ ਆਪਾਂ। ਸੋ ਇਕੱਲੇ ਬੰਦੇ ਦੀ ਵੱਸ ਦੀ ਗੱਲ ਨਹੀਂ ਆ। ਮੈਨੂੰ ਤਾਂ ਸਿੰਗਲ ਆਊਟ ਟਾਰਗੇਟ ਕਰਕੇ ਕੀਤਾ ਹੀ ਸੀ ਨਾ। ਤੁਸੀਂ ਵੇਖੋ 26 ਨੂੰ ਮੇਰੇ ਨਾਲ ਸਾਰੀ ਖਲਕਤ ਹੀ ਉਲਟ ਕਰਾਤੀ ਸੀ, ਭੁਗਤ ਵੀ ਗਈ ਸੀ। ਲੋਕਾਂ ਨੂੰ ਐਂ ਵੀ ਲੱਗ ਗਿਆ ਵੀ ਪਤਾ ਨਹੀਂ ਕੀ ਗਲਤ ਹੋ ਗਿਆ, ਹਾਲਾਂਕਿ ਗਲਤ ਕੁਝ ਨਹੀਂ ਹੋਇਆ। ਅੱਛਾ, ਜਿਹੜਾ ਜਗਰਾਜ ਉੱਤੇ ਵੀ ਚੜ ਕੇ ਨਿਸ਼ਾਨ ਸਾਹਿਬ ਲਾ ਕੇ ਆਇਆ, ਬਾਰੇ-ਬਾਰ ਬੇਲ ਹੋ ਜਾਂਦੀ ਹੈ। ਹੋਰ ਬੰਦਿਆਂ ਦੀ ਬਾਰੇ-ਬਾਰ ਬੇਲ, ਸਾਡੇ ਲੱਖੇ ਦੀ ਬਾਰੇ-ਬਾਰ ਬੇਲ ਹੋ ਜਾਂਦੀ ਹੈ। ਪਰ ਜੇ ਦੀਪ ਸਿੱਧੂ ਦੀ ਬਾਰੇ-ਬਾਰ ਬੇਲ ਹੋ ਜਾਂਦੀ, ਜਿਉਣ ਦੇਣਾ ਸੀ ਮੈਨੂੰ? ਕਿਸੇ ਨੇ ਨਹੀਂ ਜਿਉਣ ਦੇਣਾ ਸੀ। ਇਹ ਨਹੀਂ ਵੀ ਉਹ ਬੰਦਿਆਂ ਦੀ ਕਿਉਂ ਹੋਈ ਆ, ਕਿਉਂਕਿ ਕੁਝ ਗਲਤ ਹੀ ਨਹੀਂ ਹੋਇਆ ਤਾਂ ਹੋਣੀ ਹੋਈ ਸੀ ਨਾ। ਪਰ ਤੁਹਾਡੀ ਮਾਨਸਿਕਤਾ ਫੜ ਲਈ ਨਾ ਉਹਨਾਂ ਨੇ। ਚਲਾ ਚੈਨਲਾਂ ਤੇ ਦੇ ਬਿਆਨ, ਉਧਰੋਂ ਸਰਕਾਰ ਲੱਗੀ ਆ, ਉਧਰੋਂ ਆਪਦੇ ਬੰਦੇ ਹੀ, ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਗੱਲ ਕੀ ਕਰ ਰਹੇ ਆ ਉਹ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਇੱਕ ਕਲੈਕਟਿਵ ਕੌਨਸ਼ੀਅਸਨੈਸ ਪੈਦਾ ਕਰੋ। ਹੁਣ ਮੇਰੀ ਰਣਨੀਤੀ ਕੀ ਹੋਵੇ ਇੰਪੋਰਟੈਂਟ ਨਹੀਂ ਆ, ਸਾਡੀ ਰਣਨੀਤੀ ਕੀ ਹੋਵੇ ਇਹ ਜ਼ਿਆਦਾ ਇੰਪੋਰਟੈਂਟ ਹੈ। ਤੇ ਗੁਰਨਾਮ ਚੰਡੂਨੀ ਨੇ ਹੁਣੇ ਉਹਨੇ ਸਸਪੈਂਡ ਕੀਤਾ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਚੜੂਨੀ ਸਾਹਿਬ ਨੇ ਬੜੀ ਕੰਟਰੀਬਿਊਟ ਕੀਤਾ ਸੰਘਰਸ਼ 'ਚ। ਜੀ। ਹਾਲਾਂਕਿ ਮੇਰੇ ਵਿਰੁੱਧ ਉਹਨਾਂ ਨੇ 26 ਨੂੰ ਬਿਆਨ ਦਿੱਤੇ ਆ, ਪਰ ਉਹ ਇੰਪੋਰਟੈਂਟ ਨਹੀਂ, ਉਹ ਮੈਟਰ ਨਹੀਂ ਕਰਦੀ ਗੱਲ ਮੇਰੇ ਲਈ, ਹਨਾ। ਮੈਂ ਇੱਕ ਕਲੈਕਟਿਵ ਗੱਲ ਸੋਚਦਾ, ਉਹ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਗੱਲ ਸੋਚੀ ਜਾਂਦੀ ਹੁੰਦੀ ਆ। ਵਿਜ਼ਨਰੀ ਬਣਨਾ ਪੈਂਦਾ ਹੁੰਦਾ ਜਦੋਂ ਇੱਕ ਲੀਡਰ ਆ ਕੋਈ ਵੀ, ਉਸ ਲੀਡਰਸ਼ਿਪ ਨੂੰ ਆਉਣ ਵਾਲੇ ਸਮੇਂ 'ਚ ਜੋ ਵਰਤਾਰੇ ਵਾਪਰਨੇ ਆ ਉਹਦੇ ਕੌਨਸੀਕੁਐਂਸਿਸ ਕੀ ਆ ਇਹ ਦੇਖਣਾ ਪੈਂਦਾ ਹੁੰਦਾ। ਮੈਨੂੰ ਐਂ ਲੱਗਦਾ ਉਹਨਾਂ ਦਾ ਸੰਘਰਸ਼ 'ਚ ਬਹੁਤ ਵੱਡਾ ਯੋਗਦਾਨ ਆ। 25 ਨਵੰਬਰ ਨੂੰ ਸੰਘਰਸ਼ ਦਾ ਇੱਕ ਜਿਹੜਾ ਇੱਕ ਰੁੱਖ ਬਣਿਆ ਸੀ ਨਾ, ਉਹ ਚੜੂਨੀ ਸਾਹਿਬ ਨੇ ਹੀ ਉੱਥੇ ਬਣਾਤਾ ਸੀ। ਜਦੋਂ 25 ਨਵੰਬਰ ਨੂੰ ਉਹ ਦਿੱਲੀ ਵੱਲ ਨੂੰ ਤੁਰੇ ਤੇ ਉਹਨਾਂ ਨੇ ਗਾਂ ਸੋਨੀਪਤ ਜਾਂ ਪਾਣੀਪਤ ਜਾ ਕੇ ਡੇਰੇ ਲਾਏ ਆ। ਆਪਾਂ ਤਾਂ 26 ਨੂੰ ਤੁਰੇ ਆ ਨਾ, ਉਹ 25 ਨੂੰ ਹੀ ਤੁਰ ਪਏ ਸੀ। ਸੋ ਉਹਨਾਂ ਦਾ ਬੜਾ ਵੱਡਾ ਯੋਗਦਾਨ ਆ ਸੰਘਰਸ਼ 'ਚ। ਇਸ ਕਰਕੇ
ਇਹ ਗੱਲ ਕਰਨੀ ਵੀ ਉਹਨਾਂ ਨੂੰ ਅਸੀਂ ਸਸਪੈਂਡ ਕਰਦੇ ਹਾਂ, ਔਰ ਉਹਨਾਂ ਨੇ ਇੱਕ ਸਿੰਪਲ ਸਟੇਟਮੈਂਟ ਦਿੱਤੀ ਵੀ ਤੁਸੀਂ ਜੇ ਚੋਣਾਂ 'ਚ ਵੀ ਆਪਦੀ ਕੋਈ ਰਿਪਰੈਜ਼ੈਂਟੇਸ਼ਨ ਰੱਖੋ, ਜ਼ਰੂਰੀ ਥੋੜੀ ਉਹੀ ਲੀਡਰਸ਼ਿਪ, ਰਵਾਇਤੀ ਲੀਡਰਸ਼ਿਪ ਜਿਹੜੀ ਸਾਲਾਂ ਤੋਂ ਸਾਡੇ ਉੱਤੇ ਰਾਜ ਕਰ ਰਹੀ, ਅਸੀਂ ਉਹਨੂੰ ਲੀਡਰ ਬਣਾਉਣਾ, ਅਸੀਂ ਆਪ ਲੀਡਰ ਬਣ ਕੇ ਕੁਛ ਨਾ ਕੁਛ ਉੱਥੋਂ ਵੀ ਰਿਆਇਤ ਲਈਏ। ਇਹਦੇ 'ਚ ਮੈਨੂੰ ਲੱਗਦਾ ਕੋਈ ਗਲਤ ਗੱਲ ਹੈ ਨਹੀਂ ਸੀ। ਸੋ ਇਸ ਗੱਲ ਨੂੰ ਕਿਸੇ ਹੋਰ ਢੰਗ ਨਾਲ ਇੰਟਰਪ੍ਰੇਟ ਕਰਕੇ ਤੇ ਉਹਨਾਂ ਨੂੰ ਉੱਥੋਂ ਲਾਂਭੇ ਕਰ ਦਿੱਤਾ ਗਿਆ। ਸੋ ਮੈਨੂੰ ਐਂ ਲੱਗਦਾ ਵੀ ਸਾਨੂੰ ਇਹਨਾਂ ਗੱਲਾਂ ਬਾਰੇ ਬੜਾ ਸੁਚੇਤ ਹੋ ਕੇ ਤੇ ਸੁਹਿਰਦ ਹੋ ਕੇ ਸੋਚਣਾ ਚਾਹੀਦਾ।